अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਕਿਸਾਨ ਵੀਰ ਭਰਾ ਬੈਕ ਸਾਈਡ MF 375 ਤੇ ਆਲੂ ਦਾ ਜਨਾਬ ਮੱਥੇ ਪੱਟੂ ਹੈ। ਆਓ ਤੁਹਾਨੂੰ ਟਰੈਕਟਰ ਦੀ ਪਰਫਾਰਮੈਂਸ ਵਿਖਾਈਏ ਤੇ ਲਾਲ ਆਲੂ ਹੈ ਜਾਂ ਚਿੱਟਾ ਆਲੂ ਹੈ, ਮੌਕੇ ਤੇ ਚੱਲ ਕੇ ਵੇਖਨੇ ਆ। ਤੇ ਦੋਸਤੋ ਬਾਬਰ ਖਾਨ ਹੈ ਜਨਾਬ ਟਰੈਕਟਰ ਨੂੰ ਬੈਕ ਸਾਈਡ ਤੇ ਲੈ ਗਿਆ ਵੀ ਡਿੱਗਰ ਜਿਹੜਾ ਹੈ ਉਹ ਕਾਫੀ ਵਜ਼ਨੀ ਹੈ ਵੀ ਅੱਗੂ ਜਿਹੜਾ ਨਾ ਟਰੈਕਟਰ ਚੁੱਕੀ ਵੇ ਨਾ, लेकिन ਜਿਹੜੇ ਆ ਰਹੇ ਨੇ ਟਰੈਕਟਰ ਤਾਂ ਫਿਰ ਵੀ ਚੁੱਕੀ ਵੇਗਾ। ਬਾਕੀ ਵੇਖਦੇ ਹਾਂ ਵੀ ਇਸ ਤਰੀਕੇ ਨਾਲ ਇੱਕ ਵਾਰ ਤਾਂ ਨਹੀਂ ਚੁੱਕੀ ਜਾ, ਲੇਕਿਨ ਫਿਰ ਅੱਗੇ ਤੂੰ ਕੋਈ ਉੱਚੀ ਜਗ੍ਹਾ ਆਵੇਗੀ ਤੇ ਫਿਰ ਇਹ ਲਾਜ਼ਮੀ ਚੁੱਕਿਆ ਜਾਂਦਾ ਹੈ, ਕਿਉਂਕਿ ਡਿੱਗਰ ਦਾ ਜਿਹੜਾ ਵਜ਼ਨ ਕਾਫੀ ਹੋ ਜਾਂਦਾ ਹੈ ਤੇ ਟਰੈਕਟਰ ਦਾ ਜਿਹੜਾ ਬੰਪਰ ਹੈ ਉਹ ਪੂਰਾ ਹੈ। ਤੇ ਜ਼ਿਆਦਾਤਰ ਜਿਹੜੇ ਨਾ 75-85 ਬਲਕਿ ਜਿਹੜੇ ਬਲਾਰਸ ਹੈਗੇ ਨੇ ਜਦੋਂ ਡਿੱਗਰ ਦਾ ਇਸਤੇਮਾਲ ਹੁੰਦਾ ਹੈ ਉੱਠ ਜਾਂਦੇ ਨੇ। ਤੇ ਬਾਬਰ ਖਾਨ ਜਨਾਬ ਬੈਗ ਹੀ ਲਈ ਜਾਂਦਾ ਹੈ ਤੇ ਵੇਖਨੇ ਜਨਾਬ कैसा ਰਿਜ਼ਲਟ ਨਿਕਲਦਾ ਹੈ। ਇਹ ਚੈੱਕ ਕਰੋ ਆਲੂ ਦੀ ਬੱਲਾਂ ਜਿਹੜੀਆਂ ਨੇ ਉਹ ਆਪੇ ਹੀ ਸੁੱਟ ਗਈਆਂ ਨੇ, ਕਿਉਂਕਿ ਟਾਈਮ ਜਿਹੜਾ ਨਾ ਇਹਦਾ ਪੂਰਾ ਹੋ ਗਿਆ ਤੇ 100 ਦਿਨ ਤੋਂ ਉੱਤੇ ਹੈਗੇ ਨੇ। ਆਲੂ ਰੇਟ ਨਾ ਹੋਣ ਦੇ ਕਾਰਨ ਆਲੂ ਜਿਹੜੇ ਨੇ ਲੇਟ ਜਿਹੜੀਆਂ ਨੇ ਪਟਾਈਆਂ ਸ਼ੁਰੂ ਹੋਈਆਂ ਨੇ ਸਾਡੇ ਪਾਸੇ। ਪਿਛਲੇ ਸਾਲ ਅੱਜ ਕੱਲ੍ਹ ਦੇ ਦਿਹਾੜਿਆਂ ਵਿੱਚ ਤਕਰੀਬਨ ਅੱਧੀ ਜਿਹੜੀ ਪਟਾਈ ਮੁਕੰਮਲ ਹੋ ਗਈ ਸੀ ਤੇ ਅੱਧੀ ਬਾਕੀ ਸੀ। ਤੇ ਹੁਣ ਜਨਾਬ ਕੱਲ ਪਰਸੋਂ ਦੀ ਸਾਡੇ ਇਲਾਕੇ ਵਿੱਚ ਪਟਾਈਆਂ ਸ਼ੁਰੂ ਹੋਈਆਂ ਨੇ ਤੇ ਉਮੀਦ ਹੈ ਸਟੈਪ ਬਾਈ ਸਟੈਪ ਜਿਹੜੇ ਨੇ ਆਲੂ ਪੱਟੇ ਜਾਵਣਗੇ। ਰੇਟ ਜਿਹੜਾ ਹੈ ਬਹੁਤ ਥੋੜਾ ਹੈ, ਸਮਝੋ ਬਈ ਆਟੇ ਵਿੱਚ ਨਮਕ ਦੇ ਬਰਾਬਰ ਰੇਟ ਹੈਗਾ ਜੇ। ਤੇ ਬਾਬਰ ਖਾਨ ਜਨਾਬ ਪਿਛਲਾ ਗੇਰ ਹੀ ਲਾਇਆ ਹੋਇਆ ਹੈ ਤੇ ਮੇਰਾ ਖਿਆਲ ਮਜ਼ੀਦ ਪਿਛਲੇ ਏਕੜ ਚੋਂ ਸ਼ੁਰੂ ਕਰੇਗਾ। ਫਿਰ ਸੋਚਣ ਲੱਗ ਪਿਆ ਵੀ ਕੀ ਕਰਾਂ। ਬਾਬਰ ਖਾਨ ਸਲਾਮ अलैकुम है। बाबर खान सौदा हो गया है? नहीं भाईजान, मत्थे पट्टे माल जो के आलू माल नूं पाने ने क्यों खल महंगी है? खाल महंगी है, 4500 की खाल हुई थी ਤੇ ਆਲੂ ਪਾਵਾਂਗੇ ਤੇ ਦੁੱਧ ਵੱਧ ਜਾਸੀ। 300 तो थोड़ा है, वो चंगा नहीं हैगा। कमाल कर दी। लो जी इम्तियाज में पता लग गया भाई बाबर खान, मैं समझा कोई व्यापारी आ गए ने। ਇਹਦਾ ਮਤਲਬ ਮੱਥੇ ਜਿਹੜੇ ਆ ਮਾਲ ਨੂੰ ਖਵਾਊ ਹੈ। ਚਲੋ ਜੀ ਵੇਖਨੇ ਬਾਬਰ ਖਾਨ ਦੇ ਆਲੂ कैसे ਨਿਕਲਦੇ ਹੈਗੇ ਨੇ ਤੇ ਬਾਬਰ ਖਾਨ ਜਿਹੜਾ ਪੱਟ ਕੇ ਮਾਲ ਨੂੰ ਖਵਾਵੇਗਾ। ਇਹ ਹੁਣ ਚੈੱਕ ਕਰ ਲਓ ਡਿੱਗਰ ਜਿਹੜਾ ਹੈ ਵਜ਼ਨੀ ਹੈ ਵੀ ਟਰੈਕਟਰ ਅੱਗੋਂ ਆਰਾਮ ਨਾਲ ਹੀ ਚੁੱਕਿਆ ਜਾਂਦਾ ਹੈ। ਅਹਤਿਆਤ ਲਾਜ਼ਮੀ ਹੈ ਜਨਾਬ। ਤੇ ਟਰੈਕਟਰ ਡਿੱਗਰ ਦੇ ਸੱਜੇ ਖੱਬੇ ਜਿੰਨੇ ਵੀ ਕਿਸਾਨ ਵੀ ਭਰਾ ਹੁੰਦੇ ਨੇ ਉਹ ਥੋੜੀ ਜਿਹੀ ਅਹਤਿਆਤ ਕੀਤੀ ਕਰਨ, ਕਿਉਂਕਿ ਜਦੋਂ ਇਹਨੂੰ ਝਟਕਾ ਲੱਗਦਾ ਜਾਂ ਸੱਜੇ ਖੱਬੇ ਫਿਰਦਾ ਹੈ ਇਹ ਜਨਾਬ ਕਾਫੀ ਜਗ੍ਹਾ ਜਿਹੜੀ ਹੈ ਨਾ ਉਹਨੂੰ ਕਵਰ ਕਰਦਾ ਹੈ ਤੇ ਫਿਰ ਡਿੱਗਰ ਜਿਹੜਾ ਨਾ ਬੰਦੇ ਨੂੰ ਬਚ ਵੀ ਸਕਦਾ ਹੈ। ਤੇ ਕਿਸਾਨ ਵੀਰ ਭਰਾਓ ਆਲੂ ਦਾ ਰੇਟ ਲੱਭੇ ਜਾਂ ਨਾ ਲੱਭੇ, ਲੇਕਿਨ ਜਦੋਂ ਮੱਝਾਂ ਖਾਵਣਗੀਆਂ ਦੁੱਧ ਜ਼ਰੂਰ ਵੱਧ ਜਾਵੇਗਾ, ਕਿਉਂਕਿ ਜਿਹੜੀ ਖਲ ਦੀ ਬੋਰੀ ਹੈ ਉਹ ਜਨਾਬ 4000 ਤੋਂ ਲੈ ਕੇ ਤੇ 4500 ਤੱਕ ਹੈ। ਤੇ ਬਾਬਰ ਖਾਨ ਕਹੇ ਚਲੋ ਮੱਥੇ ਪੱਟ ਲੈਂਦੇ ਹੈ ਤੇ ਮੱਥੇ ਪੱਟ ਕੇ ਜਨਾਬ ਫਿਰ ਮੱਝਾਂ ਨੂੰ ਪਾਣੇ ਹੈ, ਦੁੱਧ ਵਿੱਚ ਇਜ਼ਾਫਾ ਕਰਨੇ ਆ। ਤੇ ਬਾਕੀ ਫਿਰ ਜਦੋਂ
ਰੇਟ ਕੁਝ ਵੱਲ ਹੋ ਗਿਆ ਤੇ ਫਿਰ ਪੱਟ ਲਵਾਂਗੇ ਤੇ ਉਨੀ ਦੇਰ ਜਨਾਬ ਇੰਤਜ਼ਾਰ ਕਰਨੇ ਹੈ ਜਾਂ ਫਿਰ ਪੱਟ ਕੇ ਧੜਾਂ ਲਾ ਦੇਵਾਂਗੇ ਉੱਤੇ ਜਨਾਬ ਪਰਾਲੀ ਸ਼ਰਾਲੀ ਰੱਖ ਦੇਵਾਂਗੇ। ਤੇ ਇਹ ਚੱਕਰ ਜੀ ਦੋਸਤੋ ਆਲੂ ਦੀ ਕਿਸਮ ਹੈਗੀ ਹੈ ਜਨਾਬ ਸੈਂਟਾ ਮਾਸ਼ਾਅੱਲਾ ਬਹੁਤ ਹੀ ਪਿਆਰਾ ਨਿਕਲਦਾ ਪਿਆ ਹੈ, ਬਹੁਤ ਹੀ ਪਿਆਰਾ ਜ਼ਬਰਦਸਤ ਜੀ। ਲੇਕਿਨ ਤਾਦਾਦ ਜਿਹੜੀ ਹੈ ਉਹ ਕੁਛ ਘੱਟ ਮਾਲੂਮ ਹੁੰਦੀ ਪਈ ਹੈ। ਬਾਕੀ ਤਾਦਾਦ ਨੂੰ ਕੀ ਕਰੀਏ, ਜ਼ਮੀਂਦਾਰਾਂ ਦਾ ਇਸ ਵਾਰੀ ਸਾਰਾ ਪ੍ਰੋਗਰਾਮ ਖਰਾਬ ਹੋ ਗਿਆ, ਜ਼ਮੀਂਦਾਰਾਂ ਦੇ ਖਾਬ ਵੀ ਟੁੱਟ ਗਏ ਨੇ ਤੇ ਹਕੂਮਤ ਦੀ ਸਮਝ ਨਹੀਂ ਆਉਂਦੀ ਵੀ ਇਹ ਪਾਲਿਸੀਆਂ ਜਿਹੜੀਆਂ ਨੇ ਪੂਰੇ ਵਕਤ ਤੇ ਆ ਕੇ ਬਣਾਉਂਦੇ ਨੇ। ਹਾਲਾਂਕਿ ਇਹਨਾਂ ਨੂੰ ਚਾਹੀਦਾ ਹੈ ਵੀ ਕੋਈ ਸਾਲ 2 ਸਾਲ ਪਹਿਲੇ ਜਿੰਨਾ ਪਲਾਨਿੰਗ ਹੋਵੇ ਵੀ ਅਗਲੇ ਸਾਲ ਅਸਾਂ ਕਣਕ ਦਾ ਕੀ ਰੇਟ ਰੱਖਣਾ ਹੈ, ਮੂੰਜੀ ਦਾ ਕੀ ਰੇਟ ਰੱਖਣਾ ਹੈ, ਇਹਦੀ ਐਕਸਪੋਰਟ ਦੇ ਬਾਰੇ ਕੀ ਕਰਨਾ ਹੈ, ਇਸੇ ਤਰੀਕੇ ਆਲੂਆਂ ਦੀ ਐਕਸਪੋਰਟ ਦੇ ਬਾਰੇ। ਇਹ ਸਾਰੀ ਜ਼ਿੰਮੇਵਾਰੀ ਹਕੂਮਤ ਦੀ ਹੁੰਦੀ ਹੈ। ਲੇਕਿਨ ਹਕੂਮਤ ਜਨਾਬ ਸਮਝ ਨਹੀਂ ਆਉਂਦੀ ਕਿ ਹਕੂਮਤ ਕਿਹੜੀਆਂ ਸੋਚਾਂ ਵਿੱਚ ਹੈ। ਵੈਸੇ ਤਾਂ ਹਕੂਮਤ ਜਨਾਬ ਕੋਈ 5 ਸਾਲਾ ਪਲਾਨ ਦਿੰਦੀ ਵੀ ਇਹਨਾਂ 5 ਸਾਲਾਂ 'ਚ ਇੰਨੀਆਂ ਸੜਕਾਂ ਬਣਾਉਣੀਆਂ ਨੇ, ਇੰਨੇ ਜਨਾਬ ਤਰੱਕੀਆਤੀ ਕੰਮ ਕਰਨੇ ਨੇ, ਲੇਕਿਨ ਕਿਸਾਨ ਦੇ ਬਾਰੇ ਕੱਖ ਨਹੀਂ ਕਰਦੇ। ਤੇ ਕਿਸਾਨ ਵੀਰ ਭਰਾਓ ਜਿਸ ਤਰੀਕੇ ਬਾਬਰ ਖਾਨ ਆਖਿਆ ਵੀ ਮੈਂ ਮੱਝਾਂ ਗਾਵਾਂ ਨੂੰ ਪਾਊਂਗਾ ਤੇ ਜਿਨ੍ਹਾਂ ਦੋਸਤਾਂ ਨੇ ਆਲੂ ਲਾਏ ਹੋਏ ਨੇ ਉਹ ਲਾਜ਼ਮੀ ਜਨਾਬ ਕੋਈ 4-4 ਬੋਰੀਆਂ ਜਿਹੜੀਆਂ ਨਾ ਉਹਨਾਂ ਨੂੰ ਪੱਟੋ, ਧੋ, ਤਸੱਲੀ ਕਰਕੇ ਅੱਧੋ ਅੱਧ ਕਰਕੇ ਥੋੜ੍ਹਾ ਬਹੁਤਾ ਨਮਕ ਸ਼ਮਕ ਲਾ ਕੇ ਜਾਨਵਰਾਂ ਨੂੰ ਖਿਲਾਓ ਤੇ ਤਜਰਬਾ ਕਰੋ ਜਨਾਬ ਦੁੱਧ ਵੱਧਦਾ ਹੈ ਜਾਂ ਨਹੀਂ। ਜੇ ਅਗਰ ਦੁੱਧ ਵੱਧ ਜਾਂਦਾ ਹੈ ਤੇ ਫਿਰ ਤੇ ਜਨਾਬ ਤੁਸੀਂ ਇਹ ਕੰਮ ਕਰੋ ਤਾਂ ਕਿ ਖਲ ਜਿਹੜੀ ਹੈ ਉਹਦੀ ਬਚਤ ਕੀਤੀ ਜਾਵੇ, ਉਹ ਪੈਸੇ ਜਨਾਬ ਬਚਾਏ ਜਾਣ। ਇਹ ਚੈੱਕ ਕਰੋ ਮਾਸ਼ਾਅੱਲਾ ਡਿੱਗ ਲੱਗ ਗਏ ਨੇ ਲੇਕਿਨ ਰੇਟ ਕੋਈ ਨਹੀਂ। ਤੇ ਹੁਣ ਮੈਨੂੰ ਦਿਓ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।